27 ਤਰੀਕ ਨੂੰ ਅਸੀਂ ਪੂਰਨ ਤੌਰ ਤੇ ਭਾਰਤ ਬੰਦ ਕਰ ਰਹੇ ਹਾਂ। ਅੱਜ ਵੋਟਾਂ ਦੇ ਦਿਨ ਨੇੜੇ ਆ ਗਏ, ਇਸ ਕਰਕੇ ਹਰੇਕ ਪਾਰਟੀ ਰਾਜਨੀਤੀ ਕਰ ਰਹੀ ਹੈ। ਸਭ ਕਹਿ ਰਹੇ ਨੇ ਵੀ ਅਸੀਂ ਕਿਸਾਨਾਂ ਨਾਲ ਆ। ਮੋਰਚੇ ਦੇ ਉਹਨਾਂ ਨੂੰ ਰਾਤ ਨੂੰ 12-12 1-1 ਵਜੇ ਤੱਕ ਬੀਜੇਪੀ ਸਰਕਾਰ ਦੇ ਲੀਡਰ, ਇਹਨਾਂ ਦੀ ਬੈਕ ਤੇ ਜਿਹੜੇ ਕੰਮ ਕਰਦੇ ਨੇ ਵੱਡੇ ਅਫਸਰ, ਉਹ ਸਾਰੀ ਰਾਤ ਆ ਕੇ ਸਾਡੇ ਲੀਡਰਾਂ ਦੀਆਂ ਮਿੰਨਤਾਂ ਕਰਦੇ ਨੇ ਵੀ ਵਿਚਲੀ ਕੋਈ ਹੋਰ ਹੱਲ ਕੱਢ ਲਓ। ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ। ਮੈਂ ਅਮਨਦੀਪ ਸਿੰਘ ਮਾਝਾ। ਪਹਿਲਾਂ ਖੇਤੀ ਬਿੱਲ ਜੁਲਾਈ 'ਚ ਲਿਆਂਦੇ ਗਏ ਤੇ 17 ਸਤੰਬਰ 2020 ਨੂੰ ਇਹ ਕਾਨੂੰਨ ਬਣਾ ਦਿੱਤੇ ਗਏ। ਭਾਰਤੀ ਕਿਸਾਨ ਜਥੇਬੰਦੀਆਂ ਲਗਾਤਾਰ ਵਿਰੋਧ ਕਰਦੀਆਂ ਰਹੀਆਂ ਕਿ ਕਿਉਂ ਧੱਕਾ ਹੋ ਰਿਹਾ ਕਿਸਾਨਾਂ ਨਾਲ। ਖੇਤੀ ਕਾਨੂੰਨ ਜੋ ਬਣਾਏ ਨੇ ਇਹ ਕਿਸਾਨਾਂ ਦੇ ਹਿੱਤ ਦੇ ਨਹੀਂ, ਕਿਸਾਨਾਂ ਦੇ ਵਿਰੋਧੀ ਨੇ। ਸੋ ਲਗਾਤਾਰ ਉਸ ਤੋਂ ਬਾਅਦ ਅੱਜ ਤੁਸੀਂ ਹਾਲਾਤ ਦੇਖਦੇ ਹੋ ਕਿ 1 ਸਾਲ ਦੇ ਹਾਲਾਤ ਕਿੱਥੋਂ ਕਿੱਥੇ ਚਲੇ ਗਏ। ਪਹਿਲਾਂ ਸ਼ੁਰੂ ਹੋਇਆ 1 ਅਕਤੂਬਰ ਤੋਂ ਟੋਲ ਪਲਾਜ਼ੇ ਪੰਜਾਬ ਦੇ ਘੇਰੇ ਅਤੇ ਪੂਰੇ ਪ੍ਰਦਰਸ਼ਨ ਪੰਜਾਬ 'ਚ ਸ਼ੁਰੂ ਹੋਏ ਅਤੇ ਉਸ ਤੋਂ ਬਾਅਦ 26-27 ਨਵੰਬਰ ਨੂੰ ਲਗਾਤਾਰ ਦਿੱਲੀ ਦੀਆਂ ਬਰੂਹਾਂ ਤੇ ਕਿਸਾਨ ਡਟ ਗਏ ਅਤੇ ਲਗਾਤਾਰ ਪ੍ਰਦਰਸ਼ਨ ਜਾਰੀ ਨੇ। ਸੋ ਅੱਜ ਬਲਾਕ ਭਵਾਨੀਗੜ੍ਹ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵੱਲੋਂ ਇੱਕ ਵੱਡੀ ਮੀਟਿੰਗ ਕੀਤੀ ਗਈ। ਮੀਟਿੰਗ ਦੇ ਵਿੱਚ ਕੀ ਗੱਲਾਂ ਕਹੀਆਂ ਗਈਆਂ, ਕੀ ਅਗਲਾ ਪਲਾਨ ਬਣਾਇਆ ਗਿਆ, ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਤੇ 27 ਸਤੰਬਰ ਨੂੰ ਪੂਰਾ ਭਾਰਤ ਬੰਦ ਦਾ ਐਲਾਨ ਕੀਤਾ ਹੋਇਆ। ਉਹ ਭਾਰਤ ਬੰਦ ਦੇ ਗੱਲਬਾਤ ਵੀ ਕੀਤੀ ਜਾ ਰਹੀ ਆ। ਉੱਥੇ ਗੱਲਬਾਤ ਸਾਹਮਣੇ ਆ ਰਹੀ ਹੈ ਕਿ ਵੱਡਾ ਇਕੱਠ ਕਰਨਾ, ਸੜਕਾਂ ਰੋਕਣੀਆਂ ਨੇ, ਪੂਰੇ ਬੰਦ ਨੂੰ, ਪੂਰੀਆਂ ਦੁਕਾਨਾਂ ਬੰਦ ਕਰਾਉਣੀਆਂ ਨੇ ਤੇ ਲਗਾਤਾਰ ਪ੍ਰਦਰਸ਼ਨ ਕਰਨੇ ਨੇ। ਸੋ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਗੁਰਮੀਤ ਸਿੰਘ ਕਪਿਆਲ ਸਾਡੇ ਨਾਲ ਮੌਜੂਦ ਨੇ। ਕਪਿਆਲ ਸਾਹਿਬ, ਮੀਟਿੰਗ ਕੀਤੀ ਅੱਜ, ਕੀ ਉਹਦੇ ਵਿੱਚ ਅਗਲਾ ਜੋ ਵੀ ਪਲਾਨ ਬਣਾਇਆ ਤੁਸੀਂ? 27 ਤਰੀਕ ਦਾ ਭਾਰਤ ਬੰਦ ਦਾ ਜੋ ਸੰਯੁਕਤ ਮੋਰਚੇ ਵੱਲੋਂ ਸੱਦਾ ਹੈ, ਉਹਦੇ ਤਿਆਰੀ ਦੇ ਸੰਬੰਧ 'ਚ ਅਸੀਂ ਮੀਟਿੰਗਾਂ ਕਰ ਰਹੇ ਹਾਂ ਪਿੰਡਾਂ ਦੇ ਵਿੱਚ, ਕਿਉਂਕਿ 27 ਤਰੀਕ ਨੂੰ ਅਸੀਂ ਪੂਰਨ ਤੌਰ ਤੇ ਭਾਰਤ ਬੰਦ ਕਰ ਰਹੇ ਹਾਂ, ਜਿਹਦੇ ਵਿੱਚ ਸਾਰੇ ਸ਼ਹਿਰ ਵੀ ਬੰਦ ਹੋਣਗੇ, ਰੋਡਾਂ ਵੀ ਬੰਦ ਹੋਣੀਆਂ, ਗੱਡੀਆਂ ਵੀ ਬੰਦ ਹੋਣਗੀਆਂ, ਸਾਰਾ ਭਾਰਤ ਬੰਦ ਹੋਊਗਾ। ਉਹਦੇ ਵਿੱਚ ਸਾਰੇ ਭਾਰਤ ਨੇ ਏਕਤਾ ਦਾ ਸਬੂਤ ਦੇਣਾ ਵੀ ਜੋ ਤਿੰਨੇ ਖੇਤੀ ਕਾਨੂੰਨ ਵਿਰੋਧੀ ਬਣਾਏ ਨੇ ਮੋਦੀ ਨੇ, ਉਹਦੇ ਖਿਲਾਫ ਇਹ ਪ੍ਰਦਰਸ਼ਨ ਕਰ ਰਹੇ ਹਾਂ ਅਸੀਂ। ਬਿਲਕੁਲ ਪ੍ਰਧਾਨ ਜੀ, ਵੈਸੇ 17 ਸਤੰਬਰ ਦੀ ਗੱਲ ਕਰਦੇ ਹਾਂ। ਅੱਜ 17 ਸਤੰਬਰ 2021 ਆ। ਖੇਤੀ ਕਾਨੂੰਨ ਬਣਿਆ ਨੂੰ 1 ਸਾਲ ਹੋ ਗਿਆ। ਹਾਲਾਤ ਕਿਵੇਂ ਸੀ? ਪਹਿਲਾਂ ਪੂਰੀ ਵਿਰੋਧਤਾ ਹੋਈ, ਸੰਸਦ 'ਚ ਪੂਰਾ ਟਕਰਾਅ ਵੀ ਹੋਇਆ ਆਪਸ ਵਿੱਚ ਮੈਂਬਰ ਪਾਰਲੀਮੈਂਟ ਦਾ, ਕਿਉਂਕਿ ਵਿਰੋਧੀ ਧਿਰਾਂ ਨੇ ਕਿਤੇ ਨਾ ਕਿਤੇ ਰੋਕਣ ਦੀ ਕੋਸ਼ਿਸ਼ ਕੀਤੀ। ਪਰ ਉਸ ਤੋਂ ਬਾਅਦ ਜਦੋਂ ਬਹੁਮਤ ਕੇਂਦਰ ਸਰਕਾਰ ਦੀ ਸੀ ਤਾਂ ਇਹ ਕਾਨੂੰਨ ਬਣ ਗਏ। ਕਾਨੂੰਨ ਬਣਾਉਣ ਤੋਂ ਬਾਅਦ ਕੀ ਲੱਗਦਾ ਤੁਹਾਨੂੰ ਅੱਜ ਦੇ ਹਾਲਾਤ, 1 ਸਾਲ ਦੇ ਹਾਲਾਤ ਕਿੱਥੋਂ ਕਿੱਥੇ ਚਲੇ ਗਏ? ਹਾਲਾਤ 1 ਸਾਲ ਦੇ ਵਿੱਚ ਬਹੁਤ ਵਿਗੜ ਗਏ, ਕਿਉਂਕਿ ਸਾਰੇ ਦੇਸ਼ ਦੇ ਵਿੱਚ ਅੱਜ ਇਸ ਅੰਦੋਲਨ ਦਾ ਚਰਚਾ ਚੱਲ ਰਹੀ ਹੈ। ਅਸੀਂ ਪੰਜਾਬ ਤੋਂ ਸ਼ੁਰੂ ਕੀਤਾ ਸੀ ਤੇ ਇਹਨੂੰ ਸਾਰੇ ਅੱਜ ਦੇਸ਼ ਦੇ ਵਿੱਚ ਪਹੁੰਚ ਗਿਆ ਅੰਦੋਲਨ ਦੀ ਗੱਲ। ਸਾਰੇ ਕਿਸਾਨ ਜਾਗਰੂਕ ਹੋ ਗਏ ਹਿੰਦੁਸਤਾਨ ਦੇ ਵੀ ਇਹ ਕਾਨੂੰਨ ਸਾਨੂੰ ਮਾਰ ਦੇਣਗੇ, ਕਿਉਂਕਿ ਸਰਕਾਰਾਂ ਨੇ ਸਾਡਾ ਕੁਝ ਕਰਿਆ ਨਹੀਂ। ਜਿਹੜੀ ਮੋਦੀ ਸਰਕਾਰ ਹੈ ਕਿਸਾਨ ਵਿਰੋਧੀ ਹੈ, ਇਸ ਕਰਕੇ ਇਹਨੇ ਕਿਸਾਨਾਂ ਦੇ ਖਿਲਾਫ ਇਹ ਕਾਨੂੰਨ ਲਿਆਂਦੇ ਨੇ। ਦੂਜੀਆਂ ਪਾਰਟੀਆਂ ਨੇ ਵੀ ਸਾਡੀ ਕੋਈ ਪਾਰਲੀਮੈਂਟ ਦੇ ਵਿੱਚ ਬਹੁਤੀ ਮਦਦ ਨਹੀਂ ਕਰ ਸਕੇ, ਕਿਉਂਕਿ ਉਹ ਡਰ ਗਏ ਵੀ ਬਹੁਮਤ ਮੋਦੀ ਲਵੇ ਜ਼ਿਆਦੇ ਹੈ, ਵੀ ਅਸੀਂ ਘੱਟ ਗਿਣਤੀ 'ਚ। ਜੇ ਕਾਂਗਰਸ ਵੀ ਉੱਥੇ ਰਾਜ ਸਭਾ ਦੇ ਵਿੱਚ ਪੂਰਾ ਵਿਪ ਜਾਰੀ ਕਰਕੇ ਉੱਥੇ ਕਾਇਮ ਰਹਿੰਦੇ ਤੇ ਕਾਨੂੰਨ ਇਹ ਲਾਗੂ ਨਹੀਂ ਹੁੰਦੇ ਤੇ। ਬਿਲਕੁਲ, ਜਾਨੀ ਕਿ ਤੁਹਾਨੂੰ ਲੱਗਦਾ ਵੀ ਵਿਰੋਧੀ ਧਿਰਾਂ ਨੇ ਵੀ ਪੂਰਾ ਉਹਨਾਂ ਆਪਣਾ ਰੋਲ ਨਿਭਾਇਆ ਨਹੀਂ ਹੈਗਾ? ਵਿਰੋਧੀ ਧਿਰਾਂ ਨੇ ਰੋਲ ਨਹੀਂ ਨਿਭਾਇਆ। ਜਿਵੇਂ ਅਕਾਲੀ ਦਲ ਵੱਲੋਂ ਤੀ ਹਰਸਿਮਰਤ ਕੌਰ ਬਾਦਲ ਇਹਦੇ ਵਿੱਚ ਸ਼ਾਮਲ ਤੇ ਮੰਤਰੀ, ਤੇ ਇਹਨਾਂ ਨੇ ਆਰਡੀਨੈਂਸ ਜਾਰੀ ਕਰਨ ਵੇਲੇ ਸਰਕਾਰ ਦੇ ਨਾਲ ਖੜੇ, ਕਾਨੂੰਨ ਪਾਸ ਹੋਣ ਤੱਕ ਸਰਕਾਰ ਨਾਲ ਖੜੇ ਰਹੇ ਨੇ। ਜਦ ਕਾਨੂੰਨ ਪਾਸ ਹੋ ਗਏ ਉਦੋਂ ਬਾਅਦ ਲੋਕਾਂ ਨੇ ਇਹਨਾਂ ਦਾ ਘਰ ਘੇਰ ਲਿਆ, ਪਿੰਡਾਂ ਦੇ ਵਿੱਚੋਂ ਵੜਨਾ ਬੰਦ ਦਾ ਸੱਦਾ ਦੇਤਾ ਵੀ ਇਹਨਾਂ ਨੂੰ ਪਿੰਡਾਂ 'ਚ ਨਹੀਂ ਵੜਨ ਦੇਣਾ। ਉਦੋਂ ਬਾਅਦ ਇਹਨਾਂ ਨੇ ਤਸੀਫਾ ਦਿੱਤਾ ਹੈ। ਉਸ ਕਰਕੇ ਹੁਣ ਇਹ ਰਾਜਨੀਤੀ ਤੌਰ ਤੇ ਤਸੀਫਾ ਦਿੱਤਾ ਹੈ, ਪਰ ਕਿਸਾਨਾਂ ਦੇ ਨਾਲ ਕੋਈ ਦਿਲੋਂ ਨਹੀਂ ਖੜਿਆ। ਪਰ ਪ੍ਰਧਾਨ ਜੀ, ਲਗਾਤਾਰ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਕਹਿ ਰਹੇ ਨੇ, ਸੁਖਬੀਰ ਬਾਦਲ ਕਹਿ ਰਹੇ ਨੇ ਕਿ ਅਸੀਂ ਕਿਸਾਨਾਂ ਦੇ ਨਾਲ ਆ, ਅਸੀਂ ਅਸਤੀਫੇ ਦਿੱਤੇ, ਪਹਿਲਾਂ ਆਪਣੀਆਂ ਕੁਰਸੀਆਂ ਛੱਡੀਆਂ, ਫਿਰ ਗੱਠਜੋੜ ਤੋੜਿਆ ਅਤੇ ਉਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਅੱਜ ਦਿੱਲੀ ਦਾ ਘਿਰਾਓ ਕਰ ਰਹੀ ਸੀ ਸ਼੍ਰੋਮਣੀ ਅਕਾਲੀ ਦਲ ਕਿ ਅਸੀਂ ਪੈਦਲ ਮਾਰਚ ਕਰਾਂਗੇ, ਪਰ ਕੇਂਦਰ ਸਰਕਾਰ ਨੇ ਨਹੀਂ ਸਹਿਮਤੀ ਦਿੱਤੀ। ਪਰ ਪੂਰੀ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਦਿੱਲੀ 'ਚ ਪਹੁੰਚੇ ਹੋਏ ਨੇ ਕਿ ਸਾਡੀ ਕਿਸਾਨੀ ਪਾਰਟੀ ਆ, ਅਸੀਂ ਕਿਸਾਨਾਂ ਦੇ ਨਾਲ ਆ, ਬਾਰ-ਬਾਰ ਉਹ ਇਹੀ ਕਹਿ ਰਹੇ ਨੇ। ਅੱਜ ਵੋਟਾਂ ਦੇ ਦਿਨ ਨੇੜੇ ਆ ਗਏ, ਇਸ ਕਰਕੇ ਹਰੇਕ ਪਾਰਟੀ ਰਾਜਨੀਤੀ ਕਰ ਰਹੀ ਹੈ। ਸਭ ਕਹਿ ਰਹੇ ਨੇ ਵੀ ਅਸੀਂ ਕਿਸਾਨਾਂ ਨਾਲ ਆ, ਪਰ ਦਿਲੋਂ ਕਿਸਾਨਾਂ ਦੇ ਨਾਲ ਖੜੇ ਨਹੀਂ। ਜੇ ਸਾਰੀਆਂ ਸਿਆਸੀ ਪਾਰਟੀਆਂ ਉਦੋਂ ਤੋਂ ਜਦ ਤੋਂ ਆਰਡੀਨੈਂਸ ਆਏ ਤੇ ਸਾਰੇ ਕਿਸਾਨਾਂ ਨਾਲ ਖੜਦੇ ਤੇ ਆਹ ਹਾਲਾਤ ਨਹੀਂ ਹੁੰਦੇ ਤੇ ਕਾਨੂੰਨ ਪਾਸ ਨਹੀਂ ਹੁੰਦੇ ਤੇ ਪਾਰਲੀਮੈਂਟ 'ਚ।
ਠੀਕ ਹੈ। ਵੈਸੇ ਚਲੋ ਅੱਜ ਤੁਸੀਂ ਮੀਟਿੰਗ ਕੀਤੀ ਆ, ਉਹ 'ਚ ਕਿਹੜੇ-ਕਿਹੜੇ ਪਲਾਨ ਨੇ? 27 ਦਾ ਭਾਰਤ ਬੰਦ ਦਾ ਪੂਰਾ ਤੁਹਾਡਾ ਪਲਾਨ ਆ, ਤੁਸੀਂ ਕੀ-ਕੀ ਪ੍ਰਦਰਸ਼ਨ ਕਰਨਾ? ਜ਼ਿਲ੍ਹਾ ਸੰਗਰੂਰ 'ਚ ਕਿੱਥੇ-ਕਿੱਥੇ ਪ੍ਰਦਰਸ਼ਨ ਹੋਣੇ ਨੇ? ਜ਼ਿਲ੍ਹਾ ਸੰਗਰੂਰ ਦੇ ਵਿੱਚ ਭਵਾਨੀਗੜ੍ਹ ਜਾਮ ਲਾਉਣਾ ਸੀ, ਟ੍ਰੈਫਿਕ ਵੀ ਜਾਮ ਕਰਾਂਗੇ, ਬਾਜ਼ਾਰ ਵੀ ਬੰਦ ਹੋਊਗਾ ਸਾਰਾ। ਤੇ ਸੰਗਰੂਰ ਬਰਨਾਲਾ ਕੈਂਚੀਆਂ ਦੇ ਵਿੱਚ ਜਾਮ ਲੱਗੂਗਾ ਸਾਡਾ। ਤੇ ਸੁਨਾਮ ITI ਚੌਂਕ ਹੈ ਜਿਹੜਾ, ਉੱਥੇ ਹੋਣਾ ਹੈ। ਲਹਿਰੇ ਦੇ ਵਿੱਚ ਵੀ ਸਾਡਾ ਜਾਮ ਲੱਗਣਾ ਹੈ ਜੀ। ਸਾਰੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਹਰੇਕ ਬਲਾਕ ਦੇ ਵਿੱਚ ਵੱਡੇ ਹਾਈਵੇ ਦੇ ਜਾਮ ਲੱਗਣਗੇ। ਧੂਰੀ ਦੇ ਵਿੱਚ ਵੀ ਜਾਮ ਕੀਤਾ ਜਾਊਗਾ। ਸਵੇਰ ਤੋਂ ਸ਼ਾਮ ਤੱਕ ਜਾਮ ਰਹੂਗਾ? ਹਾਂਜੀ, ਸਵੇਰ ਤੋਂ ਸ਼ਾਮ ਤੱਕ ਸਾਰਾ ਦਿਨ ਦਾ ਪ੍ਰੋਗਰਾਮ ਹੈ। ਹੋ ਸਕਦਾ ਜੋ ਫੈਸਲਾ ਆ ਜੇ ਸੰਯੁਕਤ ਮੋਰਚੇ ਦਾ ਵੀ 4 ਵਜੇ ਤੱਕ ਰੱਖੋ ਜਾਏ ਹੋਰ, ਕਿਉਂਕਿ ਲੋਕਾਂ ਨੇ ਬਾਹਰ ਅੰਦਰ ਜਾਣਾ ਹੁੰਦਾ ਹੈ ਜ਼ਰੂਰੀ। ਬਿਲਕੁਲ। ਬਾਕੀ ਸੰਯੁਕਤ ਕਿਸਾਨ ਮੋਰਚੇ ਨੇ ਰਾਜਨੀਤਿਕ ਪਾਰਟੀਆਂ ਸੱਦੀਆਂ, ਗੱਲਬਾਤ ਕੀਤੀ, ਉਸ ਤੋਂ ਬਾਅਦ ਤੁਹਾਡਾ ਕੀ ਪਲਾਨ ਆ? ਮਤਲਬ ਹਰ ਇੱਕ ਲੀਡਰ ਨੂੰ ਪਿੰਡਾਂ ਵਿੱਚ ਘੇਰਿਆ ਜਾਊਗਾ, ਸਵਾਲ ਪੁੱਛੇ ਜਾਣਗੇ, ਜਾਂ ਇਕੱਲੇ BJP ਲੀਡਰਾਂ ਨੂੰ ਘੇਰਿਆ ਜਾਊ? ਸੰਯੁਕਤ ਮੋਰਚੇ ਦਾ ਤਾਂ ਇਹੀ ਫੈਸਲਾ ਹੈ ਵੀ BJP ਲੀਡਰਾਂ ਦਾ ਵਿਰੋਧ ਕਰਨਾ ਅਸੀਂ ਨੇ। ਪਰ ਜੇ ਕੋਈ ਦੂਜੀਆਂ ਪਾਰਟੀਆਂ ਵੀ ਪਿੰਡਾਂ ਦੇ ਵਿੱਚ ਚੋਣਾਂ ਦੀ ਗੱਲ ਕਰਨਗੇ ਤਾਂ ਉਹਨਾਂ ਦਾ ਵੀ ਵਿਰੋਧ ਕੀਤਾ ਜਾਊਗਾ। ਜਦ ਕਿ ਸੰਯੁਕਤ ਮੋਰਚੇ ਵੱਲੋਂ ਫੈਸਲਾ ਕੀਤਾ ਗਿਆ ਵੀ ਜਿੰਨਾ ਚਿਰ ਚੋਣਾਂ ਦਾ ਐਲਾਨ ਨਹੀਂ ਹੁੰਦਾ ਚੋਣ ਕਮਿਸ਼ਨ ਵੱਲੋਂ, ਉਹਨਾਂ ਚਿਰ ਕਿਸੇ ਨੇ ਚੋਣਾਂ ਦਾ ਗੱਲ ਨਹੀਂ ਕਰਨੀ, ਮੀਟਿੰਗ ਨਹੀਂ ਕਰਨੀ, ਕੋਈ ਰੈਲੀ ਨਹੀਂ ਕਰਨੀ ਚੋਣਾਂ ਦੇ ਸੰਬੰਧ 'ਚ। ਕਿਉਂਕਿ ਜਿਹਦੇ ਇਹਨੇ ਆਪਣਾ ਚੋਣ ਕਮਿਸ਼ਨ ਐਲਾਨ ਕਰੂਗਾ 45 ਦਿਨ ਪਹਿਲਾਂ ਕਰਦਾ। 45 ਦਿਨ ਬਹੁਤ ਨੇ ਪ੍ਰਚਾਰ ਵਾਸਤੇ, ਕਿਉਂਕਿ ਲੋਕ ਸਿਆਣੇ ਨੇ ਅੱਜ ਕੱਲ੍ਹ, ਸਭ ਨੂੰ ਪਤਾ ਵੀ ਕਿਹੜਾ ਸਾਡੇ ਨਾਲ ਖੜਾ ਹੈ, ਕਿਹਨੂੰ ਵੋਟ ਪਾਉਣੀ ਹੈ। ਪ੍ਰਚਾਰਾਂ ਪ੍ਰਚੂਰਾਂ ਦੀ ਕੋਈ ਗੱਲ ਨਹੀਂ, ਇਹ ਤਾਂ ਡਰਾਮੇਬਾਜ਼ੀਆਂ ਕਰਦੀਆਂ ਫਿਰਦੀਆਂ ਨੇ ਪਾਰਟੀਆਂ, ਅੰਦਰੋਂ ਸਾਰੀਆਂ ਮੱਚੀਆਂ ਪਈਆਂ ਨੇ। ਵਿਰੋਧ ਕਰਦੇ ਕਿਸਾਨਾਂ ਨੇ ਰੋਕਤੇ ਜੀ, ਕਿਸਾਨਾਂ ਨੇ ਰੋਕ, ਕਿਸਾਨਾਂ ਨੂੰ ਬੰਦੇ ਨਹੀਂ ਸਮਝਦੀਆਂ ਸਿਆਸੀ ਪਾਰਟੀਆਂ। ਇਹਨਾਂ ਨੂੰ ਤਾਂ ਆਪਦਾ ਕੱਚਾ ਮਾਲ ਸਮਝਦੇ ਨੇ ਵੀ ਜਿੱਧਰ ਮਰਜ਼ੀ ਵਰਤ ਲਈਏ ਇਹਨਾਂ ਨੂੰ। ਬਿਲਕੁਲ, ਜਾਨੀ ਕਿ ਰਾਜਨੀਤਿਕ ਪਾਰਟੀਆਂ ਨੂੰ ਜੇ ਰਾਜਨੀਤਿਕ ਰੈਲੀਆਂ ਕਰਨਗੇ ਤਾਂ ਰੋਕਿਆ ਜਾਊਗਾ? ਰੋਕਿਆ ਜਾਊ ਜੀ ਉਹਨਾਂ ਨੂੰ, ਕਿਉਂਕਿ ਕਿਸਾਨਾਂ ਦਾ ਧਿਆਨ ਭਟਕਾਉਂਦੇ ਨੇ ਉਹ। ਕਿਸਾਨ ਕਹਿੰਦੇ ਨੂੰ ਵੀ ਚੱਲ ਆ ਵੋਟਾਂ ਵਾਲਿਆਂ 'ਚ ਜਾਇਆ, ਜਿਹਨੇ ਦਿੱਲੀ ਜਾਣਾ ਹੈ ਉੱਥੇ ਕੀ ਕਰਾਂਗੇ, ਹੁਣ ਵੋਟਾਂ ਆਉਂਦੀਆਂ ਰੈਲੀਆਂ 'ਚ ਵਗ ਜਾਓ। ਇਸ ਕਰਕੇ ਉਹ ਧਿਆਨ ਭਟਕਾਉਣ ਵਾਸਤੇ ਹੀ ਉਹਨਾਂ ਨੇ ਸ਼ੁਰੂ ਕੀਤਾ ਸੀ। ਇਸੇ ਕਰਕੇ ਸੰਯੁਕਤ ਮੋਰਚੇ ਵੱਲੋਂ ਰੋਕ ਲਾਈ ਹੈ। ਬਿਲਕੁਲ ਜੀ। ਸੋ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵੱਲੋਂ ਮੀਟਿੰਗ ਕੀਤੀ ਗਈ ਹੈ ਕਿ 27 ਸਤੰਬਰ ਦਾ ਪਲਾਨ, 27 ਸਤੰਬਰ ਨੂੰ ਪੂਰਾ ਸੰਗਰੂਰ ਜਾਮ ਕਰਾਂਗੇ, ਪੂਰਾ ਪੰਜਾਬ ਜਾਮ ਹੋਊ, ਪੂਰਾ ਦੇਸ਼ ਪੰਜਾਬ ਹੋਊ। ਸੰਯੁਕਤ ਕਿਸਾਨ ਮੋਰਚੇ ਦੀ ਕੌਲ ਆ ਇਹ, ਅਤੇ ਲਗਾਤਾਰ ਜਥੇਬੰਦੀਆਂ ਨੇ ਆਪਣੇ ਪ੍ਰਦਰਸ਼ਨ ਕਰ ਰਹੀਆਂ ਨੇ। ਸੋ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਅੱਜ 17 ਸਤੰਬਰ 2021 ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਨ ਆ। ਪਿਛਲੇ ਜਨਮ ਦਿਨ ਨੂੰ ਖੇਤੀ ਕਾਨੂੰਨ ਬਣਾਏ, ਖੇਤੀ ਕਾਨੂੰਨ ਲਿਆਂਦੇ ਕਿ ਕਿਸਾਨਾਂ ਦਾ ਫਾਇਦਾ ਹੋਊਗਾ। ਜਨਮ ਦਿਨ ਵਾਲੇ ਦਿਨ ਇਹ ਕਾਨੂੰਨ ਬਣਾਏ ਗਏ। ਸਾਡੇ ਨਾਲ ਬਲਾਕ ਪ੍ਰਧਾਨ ਮੌਜੂਦ ਨੇ ਰਾਜੇਵਾਲ ਗਰੁੱਪ ਦੇ। ਪ੍ਰਧਾਨ ਜੀ, ਕੀ ਲੱਗਦਾ ਤੁਹਾਨੂੰ, ਨਰਿੰਦਰ ਮੋਦੀ ਦਾ ਜਨਮ ਦਿਨ ਅੱਜ, ਜਨਮ ਦਿਨ ਵਾਲੇ ਦਿਨ ਮਤਲਬ ਖੇਤੀ ਕਾਨੂੰਨ ਬਣਾਏ, ਇਹ ਤੋਹਫਾ ਦਿੱਤਾ ਕਿ ਕੀ ਕਰਿਆ ਇਹ ਕਿਸਾਨਾਂ ਨੂੰ? ਉਹ ਤਾਂ ਕਹਿ ਰਹੇ ਨੇ ਕਿ ਅਸੀਂ ਤੋਹਫਾ ਦਿੱਤਾ। ਤੋਹਫਾ ਦਾ ਕਾਹਨੂੰ ਦਿੱਤਾ ਜੀ? ਇਹਨਾਂ ਦੀਆਂ ਕਿਸਾਨ ਮਾਰੂ ਨੀਤੀਆਂ ਨੇ, ਕਿਸਾਨ ਨੂੰ ਮਾਰਨ ਨੂੰ ਫਿਰਦੇ ਨੇ। ਕਿਸਾਨ ਵੀ ਜਾਗਰਤ ਹੋ ਗਿਆ। ਹੁਣ ਜਿੰਨੀਆਂ ਸਿਆਸੀ ਪਾਰਟੀਆਂ ਨੇ, ਕਿਸਾਨਾਂ ਦੀਆਂ ਗੱਲਾਂ ਉਹਨਾਂ ਦੇ ਲਾਲ ਮਿਰਚਾਂ ਵਾਂਗੂ ਲੱਗ ਰਹੀਆਂ ਨੇ। ਸਾਰੇ ਹੁਣ ਅੱਜ ਅਕਾਲੀ ਦਲ ਦਾ ਦਿੱਲੀ ਦੇ ਵਿੱਚ ਇਕੱਠ ਹੈ, ਜਿਵੇਂ ਆਮ ਆਦਮੀ ਪਾਰਟੀ ਆ ਉਹ ਕੈਂਡਲ ਮਾਰਚ ਪੰਜਾਬ ਦੇ ਵਿੱਚ ਕੱਢ ਰਹੀ ਹੈ, ਕਿਉਂਕਿ ਸਾਰਿਆਂ ਨੂੰ ਵੋਟਾਂ ਦੀ ਸੋਚ ਪਈ ਹੋਈ ਹੈ। ਕੋਈ ਕਿਸਾਨਾਂ ਵੱਲ ਕਿਸੇ ਦਾ ਵੀ ਮਨ ਨਹੀਂ ਹੈ ਵੀ ਕਿਸਾਨ ਆਪਣੇ ਪੈਰਾਂ ਤੇ ਖੜਾ ਹੋ ਜੇ। ਬਿਲਕੁਲ ਪ੍ਰਧਾਨ ਜੀ, ਜਦੋਂ ਸੰਯੁਕਤ ਕਿਸਾਨ ਮੋਰਚੇ ਨੇ ਰਾਜਨੀਤਿਕ ਪਾਰਟੀਆਂ ਸੱਦੀਆਂ, ਗੱਲਬਾਤ ਕੀਤੀ, ਉੱਥੇ ਸਾਰੀਆਂ ਪਾਰਟੀਆਂ ਨੇ ਕਿਹਾ ਕਿ ਅਸੀਂ ਸੰਯੁਕਤ ਕਿਸਾਨ ਮੋਰਚੇ ਨਾਲ ਆ, ਪਰ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਪਾਰਟੀ ਨੇ ਕਿਹਾ ਕਿ ਸਾਨੂੰ ਸੋਚਣ ਦਾ ਸਮਾਂ ਦਿਓ, ਅਸੀਂ ਹਾਈ ਕਮਾਂਡ ਨਾਲ ਗੱਲ ਕਰਾਂਗੇ। ਕੀ ਲੱਗਦੀ ਹੈ ਇਹ ਨੀਅਤ? ਜੀ ਹੰਕਾਰੀ ਪਾਰਟੀਆਂ ਨੇ। ਜਿਹੜਾ ਕੈਪਟਨ ਹੈ, ਹੁਣ 4-5 ਦਿਨ ਹੋ ਗਏ, ਪਹਿਲਾਂ ਠੀਕ ਸੀਗਾ, ਹੁਣ 4-5 ਦਿਨਾਂ ਦਾ ਕਿਸਾਨਾਂ ਦੇ ਇੰਨਾ ਉਲਟ ਚੱਲ ਰਿਹਾ ਹੈ। 113 ਥਾਵੇਂ ਪੰਜਾਬ ਦੇ ਵਿੱਚ ਧਰਨੇ ਚੱਲ ਰਹੇ ਨੇ, ਟੂਲ ਪਲਾਜ਼ਿਆਂ ਤੇ, ਜਿਹੜੇ ਆਪਣੇ ਰੇਲਵੇ ਸਟੇਸ਼ਨਾਂ ਤੇ, ਸਾਰੇ ਧਰਨਿਆਂ ਨੂੰ ਹੁਣ ਪੂਰਾ ਉਹਦਾ ਜ਼ੋਰ ਲੱਗ ਗਿਆ ਹੋਇਆ ਅੰਦਰੋਂ ਅੰਦਰ ਹੀ, ਵੀ ਕੋਈ ਟੀਮ ਬਣਾ ਰਿਹਾ ਵੀ ਮੈਂ ਇਹਨਾਂ ਨੂੰ ਜੇ ਚੁਕਾ ਦਾਂ। ਉਹ ਸਾਰਾ ਕੰਮ ਮੋਦੀ ਦੇ ਇਸ਼ਾਰੇ ਤੇ ਚੱਲ ਰਿਹਾ ਹੈ। ਜਿੰਨੇ ਇਹ ਕਾਰਪੋਰੇਟ ਘਰਾਣੇ ਨੇ, ਜਾਂ ਸੁਖਬੀਰ ਬਾਦਲ ਹੋਵੇ, ਕੈਪਟਨ ਹੋਵੇ, ਇਹ ਸਾਰੇ ਰਲੇ ਮਿਲੇ ਨੇ, ਇਹ ਕਿਸਾਨਾਂ ਨੂੰ ਦਬਾਉਣਾ ਚਾਹੁੰਦੇ ਨੇ। ਹੁਣ ਅਸੀਂ ਇਹਨਾਂ ਤੋਂ ਦਬ ਕੇ ਪਿੱਛੇ ਨਹੀਂ ਹਟਾਂਗੇ। ਜਾਨੀ ਕਿ ਸਰਕਾਰਾਂ ਦੀ ਨੀਅਤ ਦਾ ਤੁਹਾਨੂੰ ਪੂਰਾ ਪਤਾ ਲੱਗ ਗਿਆ ਵੀ ਕੀ ਆ ਉਹਨਾਂ ਦੇ ਮਨ 'ਚ? ਹਾਂਜੀ, ਸਰਕਾਰਾਂ ਦੀ ਨੀਤ ਬਹੁਤ ਖੋਟੀ ਹੈ, ਬਹੁਤ ਮਾੜੀ ਹੈ। ਹੁਣ ਕਿਸਾਨ ਨੂੰ ਵੀ ਪਤਾ ਲੱਗ ਗਿਆ, ਜਿੰਨਾ ਚਿਰ ਸਾਡੇ ਤਿੰਨੇ ਕਾਲੇ ਕਾਨੂੰਨ ਵਾਪਸ ਨਹੀਂ ਹੁੰਦੇ ਅਸੀਂ ਪਿੱਛੇ ਨਹੀਂ ਹਟਦੇ। ਬਿਲਕੁਲ ਜੀ। ਸੋ ਲਗਾਤਾਰ ਪ੍ਰਦਰਸ਼ਨ ਕਰ ਰਹੀਆਂ ਨੇ ਭਾਰਤੀ ਜਥੇਬੰਦੀਆਂ ਤੇ ਲਗਾਤਾਰ ਕਹਿ ਰਹੇ ਨੇ ਕਿ ਕਿਸੇ ਵੀ ਹਾਲਤ 'ਚ ਅਸੀਂ ਪਿੱਛੇ ਨਹੀਂ ਹਟਾਂਗੇ। ਸਾਡੇ ਨਾਲ ਰਾਜੇਵਾਲ ਗਰੁੱਪ ਦੇ ਸੀਨੀਅਰ ਆਗੂ ਕੁਲਵਿੰਦਰ ਸਿੰਘ ਵੀ ਮੌਜੂਦ ਨੇ। ਕੁਲਵਿੰਦਰ ਜੀ, ਕਿਵੇਂ ਦੇਖਦੇ ਹੋ ਜਿਵੇਂ ਦੇ ਪ੍ਰਦਰਸ਼ਨ ਚੱਲ ਰਹੇ ਨੇ, ਸਿਸਟਮ ਚੱਲ ਰਿਹਾ, ਤੁਸੀਂ ਅਗਲੇ ਐਲਾਨ ਕਰ ਰਹੇ ਹੋ, ਕੀ ਐਲਾਨ ਨੇ, ਕੀ ਪਲਾਨ ਨੇ? ਭਰਾ ਜੀ, ਸਾਡੇ ਐਲਾਨ ਤਾਂ ਸਿਰਫ 27 ਸਤੰਬਰ ਨੂੰ ਬੰਦ ਦਾ ਐਲਾਨ ਆ। ਉਹ 'ਚ ਅਸੀਂ ਵੱਧ ਤੋਂ ਵੱਧ ਪ੍ਰਦਰਸ਼ਨ ਕਰਾਂਗੇ, ਕਿਉਂਕਿ ਜਿਹੜੀ BJP ਸਰਕਾਰ ਆ, ਇਹਨਾਂ ਦੇ ਜਿਹੜੇ ਗੱਠਪੁਤਲੀਆਂ ਨੇ ਪਿੰਡਾਂ 'ਚ ਜਾਂ ਸ਼ਹਿਰਾਂ 'ਚ ਜਿਹੜੇ ਇਹਨਾਂ ਦੇ ਬੰਦੇ ਰੱਖੇ ਹੋਏ ਨੇ, ਉਹ ਸਿਰਫ ਇਹ ਕਹਿ ਰਹੇ ਨੇ ਵੀ ਜਿਹੜੇ 10 ਜਾਂ 20 30 ਜਿੰਨੇ ਕੁ ਕਿਸਾਨ ਲੀਡਰ ਨੇ,
ਇਹਨਾਂ ਦਾ ਸੰਘਰਸ਼ ਆ। ਅਸੀਂ 27 ਤਰੀਕ ਨੂੰ ਉਹਨਾਂ ਨੂੰ ਦੱਸ ਦਾਂਗੇ, ਪੂਰਾ ਪੰਜਾਬ, ਪੂਰਾ ਹਿੰਦੁਸਤਾਨ ਬੰਦ ਕਰਕੇ, ਵੀ ਇਹਦੇ ਨਾਲ ਇਕੱਲੇ ਲੀਡਰਾਂ ਦਾ ਸੰਘਰਸ਼ ਨਹੀਂ, ਸਾਰੇ ਲੋਕ, ਸਾਰੀਆਂ ਫਿਰਕੇ ਦੇ ਲੋਕ, ਸਾਰੀਆਂ ਜਾਤਾਂ ਦੇ ਲੋਕ, ਸਾਰੀਆਂ ਧਰਮਾਂ ਦੇ ਲੋਕ ਇਕੱਠੇ ਨੇ। ਇਹ ਸਾਰੇ ਜਨ ਅੰਦੋਲਨ ਹੈ, ਸਾਰੇ ਲੋਕਾਂ ਦਾ ਅੰਦੋਲਨ ਆ। ਇਹ ਵੱਡਾ ਜਿਹੜਾ 27 ਸਤੰਬਰ ਨੂੰ ਅਸੀਂ ਬੰਦ ਕਰਕੇ ਦਿਖਾਉਣਾ। ਇਹ ਸਿਰਫ ਸੈਂਟਰ ਸਰਕਾਰ ਨੂੰ ਇਹ ਦੱਸਣਾ ਵੀ ਜਿਹੜਾ ਇਹ ਅੰਦੋਲਨ ਆ ਕਿਸੇ ਇੱਕ ਦਾ ਜਾਂ ਕਿਸੇ ਪ੍ਰਧਾਨ ਦਾ ਜਾਂ ਕਿਸੇ ਕਾਮਰੇਡਾਂ ਦਾ ਨਹੀਂ ਹੈਗਾ। ਇਹ ਸਾਰਾ ਜਨ ਅੰਦੋਲਨ ਹੈ, ਪੂਰੀ ਦੁਨੀਆ ਦਾ ਅੰਦੋਲਨ ਆ। ਬਿਲਕੁਲ, ਤੁਸੀਂ ਕਹਿ ਰਹੇ ਹੋ ਕਿ 27 ਸਤੰਬਰ ਨੂੰ ਬੰਦ ਕਰਾਂਗੇ, ਪਰ ਪਹਿਲਾਂ ਵੀ ਬੰਦ ਕਰੇ, ਬੜੇ ਜਾਮ ਲਾਏ ਨੇ, ਬੜੇ ਪ੍ਰਦਰਸ਼ਨ ਕੀਤੇ ਨੇ, ਕਦੇ 4 ਘੰਟੇ, ਕਦੇ 2 ਘੰਟੇ, ਪਰ ਸਰਕਾਰ ਚੁੱਪਚਾਪ ਆ, ਗੱਲਬਾਤ ਨਹੀਂ ਕਰ ਰਹੀ। ਫਿਰ ਪ੍ਰਦਰਸ਼ਨਾਂ ਦਾ ਕੀ ਲੱਗਦਾ, ਫਾਇਦਾ ਹੁੰਦਾ ਜਾਂ ਨਹੀਂ ਹੁੰਦਾ? ਇਹ ਭਰਾ ਜੀ, ਜਿਹੜੀ ਸਰਕਾਰ ਚੁੱਪ ਵਾਲੀ ਤੁਸੀਂ ਗੱਲ ਕਰਦੇ ਹੋ, ਸਾਹਮਣੇ ਫਰੰਟ ਤੇ ਚੁੱਪ ਆ। ਜਦੋਂ ਇਹ ਕੈਮਰੇ ਦੇ ਸਾਹਮਣੇ ਚੁੱਪ ਲੱਗਦੀ ਆ, ਆਪਾਂ ਨੂੰ ਪਿਛਲੇ ਪਾਸੇ ਇਹਨਾਂ ਦੀ ਝੰਗੜ ਵੱਜੀ ਪਈ ਆ। ਇਹ ਸਾਡੇ ਜਿਹੜੇ ਲੀਡਰ ਨੇ ਸੰਯੁਕਤ ਮੋਰਚੇ ਦੇ, ਉਹਨਾਂ ਨੂੰ ਰਾਤ ਨੂੰ 12-12 1-1 ਵਜੇ ਤੱਕ ਬੀਜੇਪੀ ਸਰਕਾਰ ਦੇ ਲੀਡਰ, ਇਹਨਾਂ ਦੀ ਬੈਕ ਤੇ ਜਿਹੜੇ ਕੰਮ ਕਰਦੇ ਨੇ ਵੱਡੇ ਅਫਸਰ, ਉਹ ਸਾਰੀ ਰਾਤ ਆ ਕੇ ਸਾਡੇ ਲੀਡਰਾਂ ਦੀਆਂ ਮਿੰਨਤਾਂ ਕਰਦੇ ਨੇ ਵੀ ਵਿਚਲੀ ਕੋਈ ਹੋਰ ਹੱਲ ਕੱਢ ਲਓ। ਕਿਉਂਕਿ ਸਾਡੇ ਸੰਯੁਕਤ ਮੋਰਚੇ ਵੱਲੋਂ ਇਹ ਫੈਸਲਾ ਵੀ ਤਿੰਨੇ ਕਾਨੂੰਨ ਰੱਦ ਕਰਵਾ ਕੇ MSP ਦੀ ਗਾਰੰਟੀ ਲੈ ਕੇ ਫਿਰ ਅਸੀਂ ਉਠਾਂਗੇ। ਇਹ ਹੋਰ ਬਥੇਰੇ ਸੱਜੇ ਖੱਬੇ ਕਰਨ ਨੂੰ ਤਾਂ ਇਹ ਫਿਰਦੇ ਹੀ ਨੇ। ਸੰਯੁਕਤ ਮੋਰਚੇ ਦੇ ਸਖਤ ਐਲਾਨ ਅੱਗੇ ਇਹ ਝੁਕਣ ਤੋਂ ਬਸਰਮੀ ਮੰਨਦੇ ਨੇ, ਅੰਦਰੋਂ ਟੁੱਟੇ ਪਏ ਨੇ। ਆਪਾਂ ਨੂੰ ਐਵੇਂ ਹੀ ਲੱਗਦਾ ਵੀ ਝੁਕਦੇ ਨਹੀਂ, ਇਹਨਾਂ ਦੀ ਬੱਸ ਹੋਈ ਪਈ ਆ ਭਰਾ ਜੀ। ਬਿਲਕੁਲ ਜੀ, ਸੋ ਸੰਯੁਕਤ ਕਿਸਾਨ ਮੋਰਚੇ ਵੱਲੋਂ ਜੋ ਵੀ ਪ੍ਰਦਰਸ਼ਨ ਕੀਤੇ ਜਾ ਰਹੇ ਨੇ, ਆਗੂ ਕਹਿ ਰਹੇ ਨੇ ਕਿ ਸਰਕਾਰ ਫਰੰਟ ਤੋਂ ਇੱਕ ਨਹੀਂ ਚੁੱਕ ਰਹੀ, ਪਰ ਅੰਦਰ ਖਾਤੇ ਸਰਕਾਰ ਡਰੀ ਪਈ ਹੈ। ਲਗਾਤਾਰ ਪ੍ਰਦਰਸ਼ਨ ਸਾਡੇ ਜਾਰੀ ਰਹਿਣਗੇ। ਸਾਡੇ ਨਾਲ ਬਾਈ ਜੀ ਮੌਜੂਦ ਨੇ। ਪ੍ਰਧਾਨ ਜੀ, ਕੀ ਲੱਗਦਾ ਤੁਹਾਨੂੰ, ਜਿਵੇਂ ਦੇ ਪ੍ਰਦਰਸ਼ਨ ਚੱਲਦੇ ਨੇ, ਲਗਾਤਾਰ ਪ੍ਰਦਰਸ਼ਨ ਹੋ ਰਹੇ ਨੇ, ਪਰ ਸਰਕਾਰ ਕੀ ਲੱਗਦੀ ਹੈ ਵੀ ਫਰੰਟ ਤੇ ਸਾਹਮਣੇ ਤਾਂ ਸਰਕਾਰ ਕਹਿੰਦੀ ਹੈ ਵੀ ਅਸੀਂ ਚੁੱਪਚਾਪ ਆ, ਅੰਦਰ ਖਾਤੇ ਸਰਕਾਰ ਨੂੰ ਘਬਰਾਹਟ ਕੋਈ ਲੱਗੀ ਹੋਈ ਆ? ਮੈਂ ਜ਼ਿਲ੍ਹਾ ਖਜ਼ਾਨਚੀ ਅਜੈਬ ਸਿੰਘ ਸੰਘਰੇੜੀ। ਅਸਲ ਦੇ ਵਿੱਚ ਸਰਕਾਰ ਇਹਦੇ ਲੋਕਾਂ ਨੂੰ ਗੁੰਮਰਾਹ ਕਰਕੇ ਦੇਸ਼ ਨੂੰ ਵੇਚਣਾ ਚਾਹੁੰਦੀ ਹੈ। ਜਿੰਨੀਆਂ ਪ੍ਰਾਪਰਟੀਆਂ ਨੇ, ਲੋਕਾਂ ਦਾ ਧਿਆਨ ਹਟਾਉਣ ਵਾਸਤੇ ਇਹ ਸਾਨੂੰ ਅੰਦੋਲਨਾਂ 'ਚ ਬਿਜੀ ਰੱਖੀਏ। ਨਹੀਂ ਤਾਂ ਸਰਕਾਰ ਮੰਨੀ ਖੜੀ ਹੈ। ਜਦ ਇਹਨਾਂ ਨੇ ਮੰਨ ਲਿਆ, ਕਾਨੂੰਨ ਜਿਹੜੇ ਬਣਾਏ ਨੇ ਸੰਵਿਧਾਨ ਦੇ ਉਲਟ ਬਣਾਏ ਨੇ, ਇਹਨਾਂ ਦੇ ਦਾਇਰੇ 'ਚ ਨਹੀਂ ਆਉਂਦੇ। ਜੇ ਕਿਸੇ ਦੇ ਕੋਈ ਉਹਦੇ ਦਾਇਰੇ 'ਚ ਨਹੀਂ ਆਉਂਦੀ ਚੀਜ਼, ਉਹ ਚੀਜ਼ ਨੂੰ ਬਣਾ ਰਿਹਾ ਹੈ। ਇਹ ਸਿਰਫ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ ਕਿ ਦੁਨੀਆ ਦਾ ਧਿਆਨ, ਜਿਹੜੀਆਂ ਚੀਜ਼ਾਂ ਇਹ ਆਪਣੇ ਮਿੱਤਰ ਨੇ ਇਹਨਾਂ ਦੇ ਕਾਰਪੋਰੇਟ ਅਡਾਨੀ ਅਬਾਨੀ, ਉਹਨਾਂ ਨੂੰ ਫਾਇਦਾ ਪਹੁੰਚਾਉਣ ਵਾਸਤੇ ਤੇ ਸਾਰਾ ਹਿੰਦੁਸਤਾਨ ਵੇਚ ਦੇਣਾ ਇਹਨਾਂ ਨੇ ਹੌਲੀ ਕਰਕੇ। ਜਿਹੜੀਆਂ ਇੱਕ ਕੰਟੇਨਰ ਕੰਪਨੀ ਦੀ ਅਜੇ ਕੱਲ ਪਰਸੋਂ ਹੀ ਪੇਪਰ ਦੇ ਵਿੱਚ ਨਿਊਜ਼ ਲੱਗੀ ਸੀ, ਉਹਦਾ ਹਰ ਸਾਲ 500 ਕਰੋੜ ਦੇ ਤਕਰੀਬਨ 500 ਤੋਂ ਲੈ ਕੇ 550 ਕਰੋੜ ਤੱਕ ਹਰ ਸਾਲ ਉਹ ਫਾਇਦਾ ਦੇ ਰਹੀ ਹੈ ਕੰਪਨੀ। ਉਹਨੂੰ ਇਹ ਵੇਚਣ ਨੂੰ ਤਿਆਰ ਹੋ ਗਏ। ਉਹਦੀ ਅਰਬਾਂ ਰੁਪਏ ਦੀ ਜਾਇਦਾਦ ਜਿਹੜੀ ਰੇਲਵੇ ਦੇ ਦੁਆਰੇ ਕਿਸਾਨਾਂ ਕੋਲੋਂ ਲਈ ਸੀ, ਉਹ ਬਿਲਕੁਲ ਕਿਸਾਨਾਂ ਨੇ ਜਾਂ ਰੇਲਵੇ ਨੂੰ ਦਿੱਤੀ ਸੀ, ਬਿਲਕੁਲ ਕੌਡੀਆਂ ਦੇ ਭਾਅ ਜਿਵੇਂ ਆਪਾਂ ਕਹਿ ਲਈਏ ਵੀ ਦਿੱਤੀ ਸੀ। ਪਰ ਸੰਘਰੇੜੀ ਸਾਹਿਬ, ਸਰਕਾਰ ਇਹ ਕਹਿ ਰਹੀ ਆ ਕਿ ਜਦੋਂ ਪ੍ਰਾਈਵੇਟ ਹੋ ਜਾਊਗਾ ਦੇਸ਼ ਅੱਗੇ ਵਧੂਗਾ। ਪ੍ਰਧਾਨ ਮੰਤਰੀ ਕਹਿੰਦੇ ਨੇ ਕਿ ਪ੍ਰਾਈਵੇਟ ਹੋਣ ਨਾਲ ਦੇਸ਼ ਅੱਗੇ ਵਧ ਜੂ ਜੀ, ਬਹੁਤ ਫਾਇਦਾ ਹੋਊ, ਆਮ ਲੋਕਾਂ ਦੀ ਆਮਦਨ ਵਧੂਗੀ ਆਮਦਨ? ਬਿਲਕੁਲ ਨਹੀਂ ਵੱਧ ਸਕਦੀ ਜੀ। ਕਦੇ ਤੁਸੀਂ ਦੇਖਿਆ ਵੀ ਪ੍ਰਾਈਵੇਟ ਕੰਪਨੀ, ਆਪਣੇ ਇੱਥੇ ਕਿੰਨੀਆਂ ਕੰਪਨੀਆਂ ਲੱਗੀਆਂ ਨੇ, ਕੰਪਨੀ ਵਾਲੇ ਨੇ ਜਿਹੜੀ ਤਨਖਾਹ ਜੇ ਸਰਕਾਰੀ ਮੁਲਾਜ਼ਮ 60,000 70,000 ਤੱਕ ਲੈ ਰਹੇ ਨੇ, ਕੰਪਨੀ ਵਾਲਾ ਇੱਥੇ 15,000 ਤੇ ਕੰਮ ਕਰਾਉਂਦਾ ਹੈ। ਉਹ ਵੀ 12-12 ਘੰਟੇ ਜਿਹੜੇ ਲੇਬਰ ਲਾ ਕਾਨੂੰਨ ਬਣਾ ਰਹੇ ਨੇ, ਇਹ ਆਉਣ ਵਾਲੇ ਸਮੇਂ ਦੇ ਵਿੱਚ ਹਿੰਦੁਸਤਾਨ ਦਾ ਇਹਨਾਂ ਨੇ ਬਿਲਕੁਲ ਇਹ ਬੇੜਾ ਗਰਕ ਕਰ ਦੇਣਾ ਹੈ। ਕਿਉਂਕਿ ਜਿਹੜੇ ਆਮ ਲੋਕ ਨੇ ਉਹ ਇਹਨਾਂ ਦੇ ਏਜੰਡੇ 'ਚ ਹੈ ਹੀ ਨਹੀਂ। ਇਹ ਸਿਰਫ 2% ਕਾਰਪੋਰੇਟ ਜਿਹੜੇ ਘਰਾਣੇ ਨੇ, ਤਕੜੇ ਅਮੀਰ ਘਰ ਨੇ, ਉਹਨਾਂ ਨੂੰ ਇਹਨਾਂ ਨੇ ਬਸ ਸਾਰੀ ਦੁਨੀਆ ਦੀ ਦੌਲਤ ਉਹਨਾਂ ਕੋਲ ਇਕੱਠੀ ਹੋ ਜਾਣੀ ਹੈ। ਆਮ ਲੋਕਾਂ ਦਾ ਇੱਥੇ ਹੁਣ ਕੁਝ ਨਹੀਂ। ਕਿਸਾਨਾਂ ਨੂੰ ਤਾਂ ਇਹਨਾਂ ਨੇ ਮਤਲਬ ਏਜੰਡੇ 'ਚੋਂ ਬਾਹਰ ਹੀ ਕਰਤਾ, ਕਿਉਂਕਿ ਇਹ ਚਾਹੁੰਦੇ ਨੇ ਵੀ ਅਸੀਂ ਖੇਤੀ ਦੇ ਵਿੱਚੋਂ ਬਾਹਰ ਕੱਢ ਕੇ ਇਹਨਾਂ ਨੂੰ ਸ਼ਹਿਰਾਂ ਦੇ ਵਿੱਚ ਲਿਆਈਏ, ਸਸਤੀ ਲੇਬਰ ਮਿਲੇ। ਜਿਹੜਾ ਛੋਟਾ ਕਿਸਾਨ ਹੈ ਉਹਨੂੰ ਖਤਮ ਕਰਨ ਤੇ ਸਰਕਾਰ ਤੁਲੀ ਹੋਈ ਹੈ। ਯਾਨੀ ਕਿ ਤੁਸੀਂ ਪੂਰੀ ਤਰ੍ਹਾਂ ਸਮਝ ਚੁੱਕੇ ਹੋ ਅਤੇ ਖੇਤੀ ਕਾਨੂੰਨ ਹੁਣ ਤੁਹਾਡਾ ਇੱਕੇ ਮਿਸਨਾ ਕਿ ਰੱਦ ਕਰਾਉਣੇ ਨੇ ਤਾਂ ਰੱਦ ਹੀ ਕਰਾਉਣੇ ਨੇ। ਇਹ ਤੋਂ ਬਾਅਦ ਭਰਾ ਜੀ ਕੋਈ ਮਤਲਬ ਬਚਦਾ ਵੀ ਕੁਝ ਨਹੀਂ। ਜੇ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਤਾਂ ਪੂਰੇ ਹਿੰਦੁਸਤਾਨ ਦੇ ਕਿਸਾਨਾਂ ਦੀ ਤਾਂ ਮੌਤ ਹੈ ਹੀ ਹੈ। ਨਾਲ ਮਜ਼ਦੂਰ ਵਰਗ ਜੋ ਵੀ ਦਿਹਾੜੀਦਾਰ ਬੰਦਾ ਹੈ, ਕੋਈ ਵੀ ਨਹੀਂ ਬਚਣਾ ਇਹ 'ਚੋਂ, ਕੋਈ ਦੁਕਾਨਦਾਰ ਨਹੀਂ ਬਚਣਾ। ਕਿਉਂਕਿ ਇੱਕ ਖੇਤੀ ਇਹੋ ਜਿਹਾ ਸੈਕਟਰ ਹੈ ਜਿਹਦੇ 'ਚੋਂ 80% ਲੋਕ ਰੋਜੀ ਰੋਟੀ ਸਿੱਧੇ ਜਾਂ ਸਿੱਧੇ ਢੰਗ ਨਾਲ ਕਮਾ ਰਹੇ ਨੇ। ਜੇ ਖੇਤੀ ਪ੍ਰਾਈਵੇਟ ਇਹਨਾਂ ਦੇ ਹੱਥ 'ਚ ਚਲੀ ਗਈ, ਇਹਨਾਂ ਨੇ ਹੁਣ ਅੱਜ ਆਪਣੇ ਕੋਲ ਹੀ ਲਾ ਲਓ ਮੌਲਾਂ ਦੇ ਵਿੱਚ ਜਿਹੜੀ ਇੱਕ ਚੀਜ਼ ਆਪਾਂ ਇੱਥੇ ਅੱਜ ਕਣਕ ਦਾ ਲਾ ਲਓ ਜਾਂ ਮੱਕੀ, ਇਹਨਾਂ ਨੇ ਇੱਥੇ 800-900 ਨੂੰ ਖਰੀਦੀ ਹੈ। ਕੱਲ ਮੈਂ ਚਲਿਆ ਗਿਆ ਮੌਲ ਦੇ ਵਿੱਚ, ਆਟਾ ਲੈਣ ਦੀ ਗੱਲ ਆਈ ਤਾਂ 40 ਰੁਪਏ ਕਿਲੋ ਉਹੀ ਆਟਾ ਇਹਨਾਂ ਨੇ, ਕੱਲ ਦੀ ਗੱਲ ਹੈ, ਮੱਕੀ ਦੇ ਆਟੇ ਦੀ 1 ਕਿਲੋ ਆਟੇ ਦਾ ਪੈਕਟ 40 ਰੁਪਈਆਂ ਨੂੰ ਇਹਨਾਂ ਨੇ ਮਤਲਬ ਲਾਇਆ। ਤੁਸੀਂ ਆਪ ਸੋਚੋ ਵੀ 1200 ਰੁਪਇਆ ਲੈ ਕੇ 40 ਰੁਪਏ ਤੇ ਗੱਲ ਇਹ ਅੱਜ ਪਹੁੰਚ ਗਈ, ਜਦ ਸਾਡੇ ਕੋਲੇ ਮੱਕੀ ਵੀ ਹੋ ਰਹੀ ਹੈ, ਸਭ ਕੁਝ ਹੋ ਰਿਹਾ ਹੈ। ਅੱਜ ਸਾਡੀ ਇਹ ਕੰਡੀਸ਼ਨ ਹੈ, ਜਦ ਇਹਨਾਂ ਕੋਲੇ ਸਾਰਾ ਕੁਝ ਚਲਿਆ ਗਿਆ,
ਫਿਰ ਇਹ ਸਾਨੂੰ ਕੁਝ ਨਹੀਂ ਦੇਣ ਲੱਗੇ। ਬਿਲਕੁਲ ਜੀ। ਸੋ ਕਿਸਾਨ ਆਗੂਆਂ ਦੇ ਮਨ 'ਚ ਇਹੀ ਡਰ ਆ ਕਿ ਵੱਡੀਆਂ ਦਿੱਕਤਾਂ ਨੇ। ਜੇ ਪ੍ਰਾਈਵੇਟ ਘਰਾਣਿਆਂ ਦੇ ਹੱਥ 'ਚ ਸਿਸਟਮ ਜਾਂਦਾ, ਹੱਥ 'ਚ ਸਾਰਾ ਕਾਰੋਬਾਰ ਜਾਂਦਾ, ਤਾਂ ਉਹ 3 ਗੁਣਾ 4 ਗੁਣਾ ਕੀਮਤਾਂ ਹੋਣਗੀਆਂ। ਆਗੂਆਂ ਨੇ ਕਿਹਾ ਕਿ ਲਗਾਤਾਰ ਅਸੀਂ ਦੇਖ ਰਹੇ ਹਾਂ ਜੋ ਮਾਲ ਬਣੇ ਹੋਏ ਨੇ ਉਹ 'ਚ ਜੋ ਵੀ ਚੀਜ਼ ਹੁੰਦੀ ਆ ਉਹ 4 ਗੁਣਾ ਵੱਧ ਮਿਲਦੀ ਆ, ਹਰ ਇੱਕ ਨੂੰ ਵੱਧ ਮਿਲਦੀ ਆ। ਜਦੋਂ ਸਾਰੇ ਕਾਰਪੋਰੇਟ ਘਰਾਣਿਆਂ ਨੇ ਕਬਜ਼ਾ ਕਰ ਲਿਆ ਤਾਂ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਊ ਅਤੇ ਦੇਸ਼ 'ਚ ਆਰਥਿਕ ਤੰਗੀ ਆਊ, ਜਿਸ ਨੂੰ ਨਹੀਂ ਬਰਦਾਸ਼ਤ ਕੀਤਾ ਜਾਵੇਗਾ ਤੇ ਖੇਤੀ ਕਾਨੂੰਨ ਕਿਸੇ ਵੀ ਕੀਮਤ ਤੇ ਇਹ ਰੱਦ ਕਰਵਾਉਣੇ ਹੀ ਹੋਣਗੇ। ਰਸਪਿੰਦਰ ਪ੍ਰਿੰਸ ਨਾਲ ਅਮਨਦੀਪ ਸਿੰਘ ਮਾਝਾ, ਪੰਜਾਬੀ ਲੋਕ ਚੈਨਲ।